ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸੰਸਾਰ ਦੇ ਜਿੰਨੇ ਵੀ ਰਹਿਬਰ ਹੋਏ ਆ, ਰਿਸ਼ੀ ਮੁਨੀ ਹੋਏ ਆ, ਮਹਾਤਮਾ ਹੋਏ ਆ, ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਗੁਣ ਗਾਇਨ ਕੀਤੇ ਆ। ਇਹਦਾ ਭਾਵ ਇਹ ਆ ਕਿ ਜਿਹੜਾ ਅੰਮ੍ਰਿਤ ਵੇਲਾ ਇੱਕ ਵਿਸ਼ੇਸ਼ ਟਾਈਮ ਹੈਗਾ। ਜਿਉਂ ਕਹਿ ਲਓ ਜਿਵੇਂ ਕੋਈ ਰਾਜਾ ਨਾ, ਉਹਨੇ ਕੋਈ ਇੱਕ ਵਿਸ਼ੇਸ਼ ਟਾਈਮ ਰੱਖਿਆ ਹੁੰਦਾ ਜਿਹਦੇ ਵਿੱਚ ਉਹ ਜਨਤਾ ਦੀਆਂ, ਆਪਣੀਆਂ ਪ੍ਰਜਾ ਦੀਆਂ ਤਕਲੀਫਾਂ ਸੁਣਦਾ ਹੈਗਾ। ਸੋ ਉਸ ਨਿਰੰਕਾਰ ਪਰਿਪੂਰਨ ਪਰਮਾਤਮਾ ਨੇ ਵੀ ਇੱਕ ਵਿਸ਼ੇਸ਼ ਟਾਈਮ ਰੱਖ ਦਿੱਤਾ ਜੀਵਾਂ ਦੀ ਪੁਕਾਰ ਸੁਣਨ ਵਾਸਤੇ, ਅਤੇ ਇਹ ਜਿਹੜਾ ਵਿਸ਼ੇਸ਼ ਟਾਈਮ ਹੈ ਇਸ ਨੂੰ ਅੰਮ੍ਰਿਤ ਵੇਲਾ ਆਖਦੇ ਆ। ਸੋ ਜਿਹੜਾ ਅੰਮ੍ਰਿਤ ਵੇਲਾ ਹੈ ਇਹ ਸੂਰਜ ਚੜ੍ਹਨ ਤੋਂ ਮਹਾਂਪੁਰਖ ਦੱਸਦੇ ਆ ਕਿ 3 ਘੰਟੇ ਪਹਿਲੇ ਦਾ ਸਮਾਂ ਹੁੰਦਾ ਹੈਗਾ। ਜਿਵੇਂ ਆਪਾਂ ਦੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਸੂਰਜ ਤਕਰੀਬਨ 5 ਵਜੇ ਚੜ੍ਹ ਜਾਂਦਾ, ਅਤੇ ਅੰਮ੍ਰਿਤ ਵੇਲਾ ਇਹ ਤੜਕੇ 2 ਵਜੇ ਤੋਂ ਸ਼ੁਰੂ ਹੋ ਜਾਂਦਾ, ਅਤੇ ਸਰਦੀਆਂ ਵਿੱਚ ਸੂਰਜ ਜਿਹੜਾ ਹੈਗਾ ਉਹ ਲੇਟ ਚੜ੍ਹਦਾ ਹੈਗਾ। ਇਸ ਕਰਕੇ ਅੰਮ੍ਰਿਤ ਵੇਲਾ ਜਿਹੜਾ ਉਹ 3 ਵਜੇ ਤੋਂ ਸ਼ੁਰੂ ਹੋ ਜਾਂਦਾ, 3 ਤੋਂ 6। ਬਾਕੀ ਜਿਵੇਂ ਗਰਮੀਆਂ ਦੇ ਵਿੱਚ 2 ਤੋਂ 5 ਵਾ, ਤਾਂ ਪਰ 5 ਤੋਂ ਹੇਠਲਾ ਜਿਹੜਾ ਸਮਾਂ ਹੈ ਇਹ ਸਮਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਉਹ ਸਮਾਂ ਹੈਗਾ ਜਿਹਦੇ ਵਿੱਚ ਅਸੀਂ ਨਾਮ ਭਜਨ ਸਿਮਰਨ ਕਰ ਸਕਦੇ ਹਾਂ, ਪਰ ਇਹ ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਂ ਹੈ। ਇਸੇ ਕਰਕੇ ਸਾਨੂੰ ਮਹਾਂਪੁਰਖਾਂ ਨੇ ਆਖਿਆ ਹੈਗਾ ਕਿ ਅੰਮ੍ਰਿਤ ਵੇਲੇ ਦੀ ਜਿਹੜੀ ਵਡਿਆਈ ਹੈਗੀ ਆ ਉਹ ਸਭ ਤੋਂ ਜ਼ਿਆਦਾ ਵਿਲੱਖਣ ਹੈਗੀ ਆ। ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਨੂੰ ਸੰਭਾਲ ਲੈਂਦੇ ਆ, ਫਿਰ ਉਹਨਾਂ ਦੀ ਤਰੱਕੀ ਦਿਨਾਂ ਦੇ ਵਿੱਚ ਹੀ ਹੋ ਜਾਂਦੀ ਆ। ਦੇਖੋ, ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਪਜੀ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਗੁਰੂ ਸਾਹਿਬ ਨੇ ਇਸ ਦੇ ਵਿੱਚ ਦੱਸਿਆ ਹੈ। ਉਹਦੇ ਵਿੱਚ ਸਾਨੂੰ ਸਤਿਗੁਰੂ ਜੀ ਨੇ 2 ਗੱਲਾਂ ਦਾ ਜ਼ਿਕਰ ਕੀਤਾ ਅੰਮ੍ਰਿਤ ਵੇਲੇ ਦੇ ਵਿੱਚ। ਪਹਿਲਾ ਕੀ ਹੈ, ਗੁਰੂ ਸਾਹਿਬ ਕਹਿੰਦੇ ਆ ਕਿ ਫੇਰ ਕਹਿ ਅੱਗੇ ਰੱਖੀਏ ਜਿਦ ਦਿਸੇ ਦਰਬਾਰ। ਦੂਸਰਾ ਮਹਾਰਾਜ ਨੇ ਪ੍ਰਸ਼ਨ ਕੀਤਾ, ਮੋਹ ਕੋ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਕਹਿੰਦੇ ਵੀ ਕਿਹੜੀ ਐਸੀ ਚੀਜ਼ ਵਾ ਜਿਹੜੀ ਉਸ ਪਰਮਾਤਮਾ ਦੇ ਜਦੋਂ ਅਸੀਂ ਦਰਸ਼ਨ ਕਰਦੇ ਹਾਂ, ਦਰਬਾਰ 'ਚ ਜਾਂਦੇ, ਉਹਦੀ ਭੇਟਾ ਦੇ ਅੱਗੇ ਰੱਖ ਦਈਏ। ਸੋ ਦੂਸਰਾ ਜਿਹੜਾ ਪ੍ਰਸ਼ਨ ਆ ਕਿ ਫਿਰ ਅਸੀਂ ਉਸ ਵਾਹਿਗੁਰੂ ਪਰਮਾਤਮਾ ਦੇ ਦਰ 'ਤੇ ਜਾ ਕੇ ਉਹਦੇ ਨਾਲ ਕਿਹੋ ਜਿਹੇ ਵਚਨ ਕਰੀਏ ਕਿ ਜਿਨ੍ਹਾਂ ਵਚਨਾਂ ਨੂੰ ਸੁਣ ਕੇ ਪਰਮੇਸ਼ਰ ਪ੍ਰਸੰਨ ਹੋ ਜਾਣ। ਸੋ ਦੇਖੋ, ਧੰਨ ਗੁਰੂ ਨਾਨਕ ਸਾਹਿਬ ਨੇ ਕਿੰਨੇ ਹੀ ਸੁੰਦਰ ਜਵਾਬ ਇਹਦੇ ਵਿੱਚ ਸਾਨੂੰ ਦਿੱਤੇ ਆ। ਬਾਬੇ ਨੇ ਆਖਿਆ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਦੇਖੋ, ਜਿਹੜਾ ਅੰਮ੍ਰਿਤ ਵੇਲਾ ਹੈ ਨਾ, ਇਹ ਸੱਚੇ ਨਾਮ ਦੀ ਵਡਿਆਈ ਦੀ ਵਿਚਾਰ ਦਾ ਸਭ ਤੋਂ ਮਹੱਤਵਪੂਰਨ ਵੇਲਾ ਹੈ। ਕਿਉਂਕਿ ਇਸ ਸਮੇਂ ਜਿਹੜੀ ਚੀਜ਼ ਅਸੀਂ ਸਤਿਗੁਰਾਂ ਦੇ ਦਰਬਾਰ 'ਚ ਭੇਟ ਕਰਨੀ ਆ ਉਹ ਹੈ ਅੰਮ੍ਰਿਤ ਵੇਲੇ ਦੀ ਨੀਂਦਰ। ਹੁਣ ਆਪਾਂ ਦੇਖਦੇ ਹਾਂ ਕਿ ਭਾਵੇਂ 24 ਘੰਟਿਆਂ ਦੇ ਵਿੱਚ ਕਿਸੇ ਵੀ ਸਮੇਂ 'ਚ ਅਸੀਂ ਸੌਂ ਜਾਈਏ, ਪਰ ਜਿਹੋ ਜਿਹੀ ਨੀਂਦ ਸਾਨੂੰ ਅੰਮ੍ਰਿਤ ਵੇਲੇ ਮਿੱਠੀ ਅਤੇ ਸੁਹਾਵਣੀ ਆਉਂਦੀ, ਇਹੋ ਜਿਹੀ ਨੀਂਦ ਕਿਸੇ ਵੀ ਸਮੇਂ ਦੇ ਵਿੱਚ ਨਹੀਂ ਬਣਦੀ। ਸੋ ਕਹਿਣ ਤੋਂ ਭਾਵ ਸਤਿਗੁਰਾਂ ਦਾ ਕਿ ਅਗਰ ਅਸੀਂ ਸਤਿਗੁਰਾਂ ਨੂੰ ਚੀਜ਼ ਭੇਟ ਕਰਨੀ ਅੰਮ੍ਰਿਤ ਵੇਲੇ, ਉਹ ਕਰਨੀ ਆਪਣੀ ਮਿੱਠੀ ਨੀਂਦ ਭੇਟ ਕਰਨੀ ਆ। ਇਸ ਮਿੱਠੀ ਨੀਂਦ ਤੋਂ ਜਾਗਣਾ ਹੈਗਾ, ਇਸ ਨੂੰ ਤਿਆਗਣਾ ਹੈਗਾ। ਕਿਉਂਕਿ ਦੇਖੋ, ਜਿੰਨੀ ਵੱਡੀ ਵਡਮੁੱਲੀ ਪਿਆਰੀ ਚੀਜ਼ ਅਸੀਂ ਸਤਿਗੁਰਾਂ ਦੇ ਭੇਟ ਕਰ ਦਈਏ ਅਤੇ ਸਤਿਗੁਰ ਉਨੇ ਜ਼ਿਆਦਾ ਪ੍ਰਸੰਨ ਹੁੰਦੇ ਆ। ਅਤੇ ਜਦੋਂ ਅਸੀਂ ਏਡੀ ਵਡਮੁੱਲੀ ਮਿੱਠੀ ਨੀਂਦ ਸਤਿਗੁਰਾਂ ਦੇ ਚਰਨਾਂ 'ਚ ਭੇਟ ਕੀਤੀ, ਅਤੇ ਫਿਰ ਤੁਸੀਂ ਦੇਖੋ ਇਸ ਪ੍ਰਸੰਨਤਾ ਦਾ ਫਲ ਕਿੱਡਾ ਵੱਡਾ ਹੈ। ਅਤੇ ਜਦੋਂ ਸਤਿਗੁਰ ਪ੍ਰਸੰਨ ਹੋ ਗਏ ਤਾਂ ਬਾਬੇ ਨੇ ਆਖਿਆ, ਮੁਖ ਕੋ ਬੋਲਣ ਬੋਲੀਏ ਕਿ ਕਿਹੋ ਜਿਹੇ ਬੋਲ ਬੋਲੀਏ। ਉਹ ਆਪ ਸੰਗਤਾਂ ਜਾਣਦੀਆਂ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਉਹਦੇ ਨਾਮ ਦੀ ਵਡਿਆਈ ਦੇ ਗੁਣ ਗਾਉਣੇ। ਸੋ ਉਹ ਕੀ ਹੈ, ਸਿਮਰਨ ਸਾਧਨਾ। ਸੋ ਇਹ ਜਿਹੜਾ ਅੰਮ੍ਰਿਤ ਵੇਲੇ ਦਾ ਜੋ ਸਾਨੂੰ ਸਤਿਗੁਰਾਂ ਨੇ ਦੱਸਿਆ ਹੈਗਾ ਮਹੱਤਵ, ਇਸ ਮਹੱਤਵ ਨੂੰ ਕਮਾਉਣ ਦੀ ਲੋੜ ਹੈਗੀ ਆ। ਸੋ ਅਗਰ ਆਪਾਂ ਥੋੜ੍ਹਾ ਜਿਹਾ ਹੋਰ ਅੰਮ੍ਰਿਤ ਵੇਲੇ ਨੂੰ ਖੋਲ੍ਹ ਦਈਏ ਅਤੇ ਜਿੰਨੀਆਂ ਵੀ ਫਸਲਾਂ ਹੈਗੀਆਂ, ਇਸ ਫਸਲਾਂ ਦੇ ਵਿੱਚ ਰੁੱਤਾਂ ਦੇ ਵਿੱਚ ਜਿਹੜੇ ਮੇਵੇ ਲੱਗਦੇ ਆ, ਹਰੇਕ ਨੂੰ ਕੋਈ ਨਾ ਕੋਈ ਰੁੱਤ ਪ੍ਰਭਾਵਿਤ ਕਰਦੀ ਆ, ਕਿਉਂਕਿ ਰੁੱਤ ਦਾ ਮੇਵਾ ਹੈ। ਪਰ ਜਿਹੜਾ ਭਜਨ ਸਿਮਰਨ ਦੀ ਰੁੱਤ ਦਾ ਮੇਵਾ ਹੈ, ਉਹ ਮੇਵਾ ਅਗਰ ਬਹੁਤ ਕਿਸੇ ਨੇ ਮਿੱਠਾ ਲੈਣਾ ਹੈ ਤਾਂ ਇਹ ਰੁੱਤ ਵੀ ਅੰਮ੍ਰਿਤ ਵੇਲੇ ਦੀ ਆ। ਇਸ ਨੂੰ ਵੱਤ ਆਖਦੇ ਆ। ਤਦੀ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਜਿਹਨੇ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾਏ ਰਾਮ ਰਾਜੇ, ਕਿ ਜਿਨ੍ਹਾਂ ਨੇ ਇਹੋ ਜਿਹਾ ਨਾਮ ਚੇਤੇ ਨਹੀਂ ਕੀਤਾ। ਕਿਹੜਾ? ਜਿਹੜਾ ਵੱਤ ਦੇ ਵਿੱਚ ਸੀਗਾ। ਜੇ ਇਸ ਵੱਤ ਦੇ ਵਿੱਚ ਅਸੀਂ ਨਾਮ ਬੀਜਣਾ ਹੈ, ਹੁਣ ਬੱਤੇ ਹਰ ਨਾਮ ਨਾ ਬੀਜੀ ਅੱਗੇ ਭੁੱਖਾ ਕਿਆ ਖਾਏ। ਕਿਉਂਕਿ ਜਿਹੜੀ ਚੀਜ਼ ਵੱਤ 'ਚ ਬੀਜੀ ਆ ਉਹ ਜ਼ਿਆਦਾ ਪ੍ਰਫੁੱਲਤ ਹੁੰਦੀ, ਉਹ ਅੰਮ੍ਰਿਤ ਵੇਲਾ ਇਹ ਭਜਨ ਸਿਮਰਨ ਦੀ ਵੱਤ ਹੈ। ਸੋ ਇਸੇ ਕਰਕੇ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਬੜਾ ਜ਼ਰੂਰੀ ਆ। ਅੱਗੇ ਸਾਨੂੰ ਗੁਰਬਾਣੀ ਆਖਦੀ ਆ ਕਿ
ਕਬੀਰ ਰਾਤ ਕਥੂਰੀ ਬੰਦੀਏ ਸੁੱਤਿਆਂ ਮਿਲੇ ਨਾ ਭਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕਵਾਓ। ਉਹ ਰਾਤ ਨੂੰ ਅੰਮ੍ਰਿਤ ਵੇਲੇ ਕਸਤੂਰੀ ਦਾ ਪ੍ਰਸ਼ਾਦ ਵਰਤਦਾ ਹੈਗਾ। ਹੁਣ ਇੱਕ ਪ੍ਰਸ਼ਾਦ ਕਈਆਂ ਰੰਗਾਂ ਤੇ ਰੂਪਾਂ ਦੇ ਵਿੱਚ ਹੋ ਸਕਦਾ ਹੈ। ਜਿਵੇਂ ਕੋਈ ਸੱਜਣ ਗੁਰਮੁਖ ਅਭਿਆਸੀ ਦਾਸ ਦੇ ਨਾਲ ਆਪਣੇ ਅਭਿਆਸ ਦੀ ਜੋ ਗੱਲਬਾਤ ਸੀ ਸਾਂਝੀ ਕਰਦੇ ਸੀ। ਉਹ ਦੱਸਦੇ ਸੀ ਕਿ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਉਸ ਟਾਈਮ ਜਦੋਂ ਮੈਂ ਅਭਿਆਸ 'ਤੇ ਬਹਿੰਦਾ, ਉਸ ਟਾਈਮ ਬਹੁਤ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ, ਕਿਉਂਕਿ ਉਹ ਗ੍ਰਸਤੀ ਸੀ। ਇਸ ਕਰਕੇ ਉਹ ਦੱਸਦੇ ਸੀ ਕਿ ਐਸੀਆਂ ਗੁਪਤ ਰੂਹਾਂ ਜਿਹੜੀਆਂ ਉਹ ਸਾਡੇ ਪਾਸ ਆ ਜਾਂਦੀਆਂ ਕਿ ਜਦੋਂ ਪ੍ਰਸ਼ਾਦ ਦਿੰਦੀਆਂ। ਕਈ ਵਾਰੀ ਇਹ ਪ੍ਰਸ਼ਾਦ ਮਾਇਆ ਦੇ ਖੁੱਲ੍ਹੇ ਗੱਫਿਆਂ ਦੇ ਰੂਪ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ, ਕਈ ਵਾਰੀ ਇਹ ਪ੍ਰਸ਼ਾਦ ਫਲਾਂ ਦੇ ਰੂਪ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਔਰ ਇੱਕ ਵਾਰ ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਸੀਗਾ ਕਿ ਇੱਕ ਵਾਰ ਉਹਨਾਂ ਨੂੰ ਇਸੇ ਹੀ ਅੰਮ੍ਰਿਤ ਵੇਲੇ ਦੇ ਪ੍ਰਸ਼ਾਦ ਵਜੋਂ ਅੰਮ੍ਰਿਤ ਦੀ ਸ਼ੀਸ਼ੀ ਪ੍ਰਾਪਤ ਹੋਈ ਸੀ। ਜਿਹੜੀ ਇਹ ਅੰਮ੍ਰਿਤ ਦੀ ਸ਼ੀਸ਼ੀ ਪ੍ਰਾਪਤ ਹੋਈ, ਇਹ ਸਭ ਤੋਂ ਵੱਡੀ ਕਿਰਪਾ ਰੂਪੀ ਪ੍ਰਸ਼ਾਦ ਉਸ ਗੁਰਮੁਖਾਂ ਨੂੰ ਸਤਿਗੁਰਾਂ ਨੇ ਭੇਜਿਆ ਸੀਗਾ। ਸੋ ਇਹ ਅੰਮ੍ਰਿਤ ਦੀ ਸ਼ੀਸ਼ੀ ਦਾ ਰਸ ਜਾਂ ਇਸ ਦਾ ਸਵਾਦ ਜਦੋਂ ਉਹਨਾਂ ਨੇ ਚੱਖਿਆ ਸੀਗਾ ਤਾਂ ਉਹ ਗਦ-ਗਦ ਹੋ ਗਏ ਸੀਗੇ। ਸੋ ਕਹਿਣ ਤੋਂ ਭਾਵ ਇਹ ਆ ਕਿ ਅੰਮ੍ਰਿਤ ਵੇਲੇ ਐਸੀਆਂ ਸੁਹਾਵਣੀਆਂ ਭੇਟਾਵਾਂ, ਐਸੀਆਂ ਸੁਹਾਵਣੀਆਂ ਵਸਤਾਂ ਉਹ ਅਕਾਲ ਪੁਰਖ ਆਪਣੇ ਗੁਰਮੁਖ ਪਿਆਰਿਆਂ ਨੂੰ ਭੇਜਦਾ ਹੈਗਾ ਕਿ ਜਿਨ੍ਹਾਂ ਨੂੰ ਦੇਖ ਕੇ ਜਾਂ ਜਿਨ੍ਹਾਂ ਨੂੰ ਆਪਣੇ ਅੰਦਰ ਉਹਨਾਂ ਦੇ ਸਵਾਦਾਂ ਨੂੰ ਚੱਖ ਕੇ ਇਹ ਜਿਹੜੇ ਗੁਰਮੁਖ ਪਿਆਰੇ ਆ ਖੀਵੇ ਹੋ ਜਾਂਦੇ ਆ। ਸੋ ਕਿ ਮਹਾਂਪੁਰਖ ਦੱਸਦੇ ਆ ਕਿ ਜਿਹੜੇ ਗੁਰਮੁਖ ਪਿਆਰੇ ਖਾਸ ਕਰਕੇ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਆ, ਜਦੋਂ ਅੰਮ੍ਰਿਤ ਵੇਲਾ ਸੰਭਾਲਦੇ ਆ, ਫਿਰ ਉਹਨਾਂ ਦਾ ਜਿਹੜਾ ਸੰਬੰਧ ਉਹ ਸ਼ਹੀਦੀ ਫੌਜਾਂ ਦੇ ਨਾਲ ਹੋ ਜਾਂਦਾ ਹੈ। ਸੋ ਸ਼ਹੀਦੀ ਫੌਜਾਂ ਦੇ ਘੋੜੇ ਦੀਆਂ ਟਾਪਾਂ ਦੀਆਂ ਆਵਾਜ਼ਾਂ ਉਹਨਾਂ ਨੂੰ ਸੁਣਾਈ ਦਿੰਦੀਆਂ ਅਤੇ ਕਈ ਵਾਰ ਇਹ ਸ਼ਹੀਦੀ ਫੌਜਾਂ ਉਸ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਅਭਿਆਸੀ ਦੇ ਕੋਲੋਂ ਇਸ ਫੁਰਤੀ ਨਾਲ ਲੰਘ ਜਾਂਦੀ ਹੈ ਕਿ ਜਿਸ ਤਰ੍ਹਾਂ ਬੰਦੂਕ ਦੇ ਵਿੱਚੋਂ ਗੋਲੀ ਨਿਕਲੀ ਹੋਵੇ। ਸੋ ਇਹ ਜਿਹੜੀਆਂ ਸ਼ਹੀਦੀ ਫੌਜਾਂ ਹੈਗੀਆਂ, ਇਹ ਅੰਮ੍ਰਿਤ ਵੇਲੇ ਜਦ ਨਿਕਲਦੀਆਂ ਅਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਦੀਆਂ, ਜਿਹੜੇ ਗੁਰਮੁਖ ਪਿਆਰੇ ਇਸ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਆ। ਸੰਭਾਲ ਕੇ ਅਤੇ ਫਿਰ ਪਰਮੇਸ਼ਰ ਦੇ ਨਾਲ ਆਪਣੀ ਜਿਹੜੀ ਸੁਰਤ ਹੈ ਉਸ ਨੂੰ ਜੋੜਦੇ ਆ। ਸੋ ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਉਹਨਾਂ ਦਾ ਜਿਹੜਾ ਕਨੈਕਸ਼ਨ ਵਾ ਨਾ, ਉਹਨਾਂ ਅਗੰਮੀ ਰੂਹਾਂ ਦੇ ਨਾਲ ਵੀ ਅੰਮ੍ਰਿਤ ਵੇਲੇ ਬਹੁਤ ਛੇਤੀ ਜੁੜ ਜਾਂਦਾ ਹੈਗਾ। ਇਹਦਾ ਕਾਰਨ ਇੱਕ ਵਾ ਕਿਉਂਕਿ ਅੰਮ੍ਰਿਤ ਵੇਲੇ ਦੇ ਵਿੱਚ ਜਿਹੜਾ ਵਾਤਾਵਰਨ ਆ ਬਹੁਤ ਜ਼ਿਆਦਾ ਸ਼ਾਂਤ ਹੁੰਦਾ ਹੈਗਾ। ਸੋ ਸ਼ਾਂਤ ਵਾਤਾਵਰਨ ਹੋਣ ਦੇ ਕਾਰਨ ਇਹ ਆ ਕਿ ਆਮ ਤੌਰ 'ਤੇ ਜਿਹੜੀ ਖਲਕਤ ਹੈ ਉਹਨਾਂ ਟਾਈਮਾਂ ਦੇ ਵਿੱਚ ਨੀਂਦ ਦੇ ਮੋਹ ਜਾਲ ਦੇ ਵਿੱਚ ਪੂਰੀ ਤਰ੍ਹਾਂ ਲਪੇਟੀ ਜਾਂਦੀ ਆ। ਸਾਰੇ ਜਿਹੜੇ ਲੋਕੀ ਹੈਗੇ ਉਹ ਅੰਮ੍ਰਿਤ ਵੇਲੇ ਪੂਰੀ ਤਰ੍ਹਾਂ ਨੀਂਦਰ ਦੇ ਵਿੱਚ ਸੌਂ ਜਾਂਦੇ ਆ ਅਤੇ ਜਦ ਸੌਂ ਜਾਂਦੇ ਆ ਇਸ ਕਰਕੇ ਉਹਨਾਂ ਦੇ ਜਿਹੜੇ ਮਨ ਦੇ ਫੁਰਨੇ ਆ ਉਹ ਬਾਹਰਮੁਖੀ ਦੀ ਜਗ੍ਹਾ ਉਹਨਾਂ ਦੇ ਅੰਤਰਮੁਖੀ ਸੁਪਨੇ ਦੇ ਰੂਪ 'ਚ ਚੱਲਦੇ ਆ। ਇਸ ਕਰਕੇ ਜਿਹੜਾ ਬਾਹਰਲਾ ਵਾਤਾਵਰਨ ਵਾ ਉਹ ਆਮ ਦੁਨਿਆਵੀ ਤਰੰਗਾਂ ਤੋਂ ਬਿਲਕੁਲ ਖਾਲੀ ਹੁੰਦਾ ਹੈਗਾ ਅਤੇ ਉਸ ਟਾਈਮ ਉਹੀ ਤਰੰਗਾਂ ਚੱਲਦੀਆਂ ਹੈ ਜਿਹੜੀਆਂ ਤਰੰਗਾਂ ਭਜਨ ਵਾਲੀਆਂ ਹੁੰਦੀਆਂ, ਕਿਉਂਕਿ ਉਸ ਟਾਈਮ ਕੇਵਲ ਅਤੇ ਕੇਵਲ ਮਹਾਂਪੁਰਖ ਹੀ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਨੂੰ ਜੋੜਦੇ ਆ। ਜਦੋਂ ਸੁਰਤ ਨੂੰ ਜੋੜਦੇ ਆ ਅਤੇ ਇਹ ਜਿਹੜੀਆਂ ਤਰੰਗਾਂ ਹੈਗੀਆਂ ਪੂਰੇ ਬ੍ਰਹਿਮੰਡ ਦੇ ਵਿੱਚ ਫੈਲਦੀਆਂ ਅਤੇ ਇਹਨਾਂ ਤਰੰਗਾਂ ਦਾ ਗੁਰਮੁਖਾਂ ਦਾ ਇੱਕ ਦੂਜੇ ਦੇ ਨਾਲ ਸੰਪਰਕ ਹੋ ਜਾਂਦਾ, ਜਿਸ ਕਰਕੇ ਜਿਹੜੀ ਭਜਨ ਦਾ ਰਸ ਆ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈਗਾ। ਅਤੇ ਦੂਸਰੀ ਗੱਲ ਇਹ ਆ ਕਿ ਅੰਮ੍ਰਿਤ ਵੇਲੇ ਪਰਮੇਸ਼ਰ ਦੇ ਨਿਰਗੁਣ ਰੂਪ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੁੰਦਾ। ਇਸ ਪ੍ਰਭਾਵ ਦੇ ਕਾਰਨ ਆਮ ਤੌਰ 'ਤੇ ਸਾਡੇ ਅੰਦਰ ਜਿਹੜੇ ਸੰਕਲਪ ਅਤੇ ਵਿਕਲਪ ਵਾ ਇਹਦੇ ਫੁਰਨੇ ਬਹੁਤ ਜ਼ਿਆਦਾ ਘੱਟ ਉੱਠਦੇ ਆ ਅਤੇ ਇਸ ਕਰਕੇ ਸੁਰਤ ਜਿਹੜੀ ਹਨ ਉਹ ਸ਼ਬਦ ਨੂੰ ਛੇਤੀ ਪਕੜਦੀ ਆ। ਜਦੋਂ ਸੁਰਤ ਸ਼ਬਦ ਨੂੰ ਛੇਤੀ ਪਕੜਦੀ ਆ ਅਤੇ ਜੋ ਅਸੀਂ ਸ਼ਬਦ ਬੋਲਦੇ ਹਾਂ, ਜੇ ਇਸ ਮੰਤਰ ਦਾ ਜਾਪ ਕਰਦੇ ਹਾਂ, ਉਸ ਮੰਤਰ ਨੂੰ ਸਾਡੀ ਜਿਹੜੀ ਸੁਰਤ ਸੁਣਦੀ ਆ। ਉਸ ਤੋਂ ਬਾਅਦ ਫਿਰ ਸਾਡੀ ਸੁਰਤ ਇਸ ਨੂੰ ਸਮਝਦੀ ਵੀ ਆ। ਔਰ ਤੀਸਰਾ ਗੱਲ ਹੈ ਕਿ ਸਮਝਣ ਤੋਂ ਬਾਅਦ ਇਸ ਸ਼ਬਦ ਨਾਲ ਜੁੜਦੀ ਵੀ ਆ। ਸੁਰਤ ਅਤੇ ਸ਼ਬਦ ਦਾ ਜਦ ਮੇਲ ਹੁੰਦਾ ਹੈਗਾ ਅਤੇ ਇਸ ਮੇਲ ਦੇ ਨਾਲ ਬਹੁਤ ਸਾਰੇ ਐਸੇ ਝਲਕਾਰੇ ਪੈਂਦੇ ਆ ਕਿ ਜਿਨ੍ਹਾਂ ਝਲਕਾਰਿਆਂ ਨੂੰ ਦੇਖ ਕੇ ਗੁਰਮੁਖ ਪਿਆਰੀ ਦੀਆਂ ਖੁਸ਼ੀ ਵਿੱਚ ਚਾਂਘਾਂ ਨਿਕਲ ਜਾਂਦੀਆਂ। ਅਤੇ ਕਈ ਵਾਰੀ ਆਪਾਂ ਇਹ ਵੀ ਦੇਖਦੇ ਹਾਂ ਕਿ ਅੰਮ੍ਰਿਤ ਵੇਲੇ ਦੀ ਮਹਿਮਾ ਦੇ ਨਾਲ ਸਾਡਾ ਐਸੀਆਂ ਦਿਵ ਆਤਮਾ ਦੇ ਨਾਲ ਕਨੈਕਸ਼ਨ ਹੋ ਜਾਂਦਾ ਹੈ ਕਿ ਜਿਹੜੀਆਂ ਆਤਮਾਵਾਂ ਬਹੁਤ ਉੱਚ ਕੋਟੀ ਦੀਆਂ ਹੁੰਦੀਆਂ। ਜਿਵੇਂ ਇੱਕ ਮਹਾਤਮਾ ਦੱਸਦੇ ਸੀਗੇ ਕਿ ਕਈ ਸਾਲ ਅਸੀਂ ਹਿਮਾਲਿਆ ਦੇ ਵਿੱਚ ਜੋਗੀਆਂ ਦੇ ਨਾਲ ਵਿਚਰਦੇ ਰਹੇ ਹਾਂ। ਉਹਨਾਂ ਨੇ ਆਪਣੇ ਇੱਕ ਜੀਵਨ ਦੀ ਘਟਨਾ ਜਿਹੜੀ ਸੀ ਉਹ ਦੱਸੀ ਸੀਗੀ। ਉਹ ਕਹਿੰਦੇ ਇੱਕ ਵਾਰ ਕੀ ਹੋਇਆ ਸੀਗਾ ਕਿ ਮੈਂ ਇਹਨਾਂ ਹਿਮਾਲਿਆ ਜੋਗੀਆਂ ਦੇ ਵਿੱਚੋਂ ਮਹਾਂ ਅਵਤਾਰ ਬਾਬਾ ਜੀ ਦੇ ਬਾਰੇ ਬਹੁਤ ਕੁਝ ਸੁਣ ਰੱਖਿਆ ਸੀ, ਪਰ ਇੱਕ ਦਿਨ ਕਹਿੰਦੇ ਮੇਰੇ ਮਨ 'ਚ ਫੁਰਨਾ ਆਇਆ ਕਿ ਸਾਨੂੰ ਵੀ ਇਹੋ ਜਿਹੀ ਆਤਮਾ ਦੇ ਦਰਸ਼ਨ ਕਰਨੇ ਚਾਹੀਦੇ, ਉਹਨਾਂ ਦੇ ਨਾਲ ਸਾਡਾ ਕਿਵੇਂ ਸੰਪਰਕ ਹੋ ਸਕਦਾ ਹੈਗਾ। ਪਰ ਕਹਿੰਦੇ ਇੱਕ ਦਿਨ ਅਸੀਂ ਰਾਤ ਨੂੰ ਉਹਨਾਂ ਨੂੰ ਯਾਦ ਕਰਕੇ ਸੁੱਤੇ
ਜਦ ਯਾਦ ਕਰਕੇ ਸੁੱਤੇ, ਅੰਮ੍ਰਿਤ ਵੇਲੇ ਅਸੀਂ ਸਾਧਨਾ ਕੀਤੀ। ਜਦ ਸਾਧਨਾ ਦੇ ਧਿਆਨ ਦੇ ਵਿੱਚ ਬੈਠੇ ਸੀ, ਬੈਠਿਆਂ ਜਦ ਕਹਿੰਦੇ ਇਹ ਸਾਧਨਾ ਦੀ ਸਮਾਪਤੀ ਤੋਂ ਬਾਅਦ ਜਦ ਅਸੀਂ ਆਪਣੇ ਨੇਤਰ ਖੋਲ੍ਹੇ, ਕਹਿੰਦੇ ਅਸੀਂ ਹੈਰਾਨ ਰਹਿ ਗਏ। ਜਿਸ ਕਮਰੇ ਵਿੱਚ ਅਸੀਂ ਬੈਠੇ ਸੀ ਉਹ ਪੂਰਾ ਕਮਰਾ ਜਿਹੜਾ ਉਹ ਜਲ ਦੇ ਨਾਲ ਧੋਤਾ ਹੋਇਆ ਸੀ, ਪੂਰੇ ਕਮਰੇ ਦੀ ਸਫਾਈ ਹੋਈ ਸੀ। ਕਹਿੰਦੇ ਅਸੀਂ ਹੈਰਾਨ ਰਹਿ ਗਏ ਵੀ ਇਸ ਕਮਰੇ ਦੀ ਸਫਾਈ ਕੌਣ ਕਰ ਗਿਆ ਹੈ। ਬਾਅਦ ਦੇ ਵਿੱਚ ਫਿਰ ਉਹ ਮਹਾਤਮਾ ਦੱਸਦੇ ਸੀਗੇ ਕਿ ਸਾਡਾ ਇੱਕ ਸ਼ਾਗਿਰਦ ਸੀਗਾ ਜਿਹੜਾ ਦੂਸਰੇ ਕਮਰੇ 'ਚ ਰਹਿੰਦਾ ਸੀਗਾ, ਪਰ ਜਦੋਂ ਕਹਿੰਦੇ ਉਹ ਸਵੇਰ ਦਾ ਨਾਸ਼ਤਾ ਲੈ ਕੇ ਆਇਆ ਤਾਂ ਉਹਨੇ ਕਮਰੇ ਦੀ ਸਫਾਈ ਅਤੇ ਸਾਰਾ ਪਾਣੀ ਦੇ ਨਾਲ ਧੋਤਾ ਹੋਇਆ ਕਮਰਾ ਦੇਖਿਆ। ਕਹਿੰਦੇ ਉਹ ਸਾਨੂੰ ਕਹਿਣ ਲੱਗਾ ਕਿ ਇਹ ਸਵੇਰੇ ਤੁਸੀਂ ਇਹ ਕਮਰੇ ਦੀ ਸਫਾਈ ਕਿਵੇਂ ਕਰ ਦਿੱਤੀ ਆ। ਪਰ ਮਹਾਂਪੁਰਖ ਕਹਿਣ ਲੱਗੇ ਕਿ ਅਸੀਂ ਤਾਂ ਕੋਈ ਸਫਾਈ ਨਹੀਂ ਕੀਤੀ। ਮੈਂ ਤਾਂ ਹੈਰਾਨ ਆ ਕਿ ਇੰਨਾ ਪਾਣੀ ਕਮਰੇ ਦੇ ਵਿੱਚ ਕਿੱਥੋਂ ਆ ਗਿਆ। ਕਮਰੇ ਦੀ ਫਰਸ਼ ਪੂਰੀ ਤਰ੍ਹਾਂ ਚਮਕਦੀ ਆ, ਕੰਧਾਂ ਚਮਕਦੀਆਂ, ਪੂਰੀ ਕਮਰੇ ਦੀ ਸਫਾਈ ਹੋਈ ਆ, ਔਰ ਹੋਈ ਵੀ ਬਿਲਕੁਲ ਤਾਜ਼ੇ ਪਾਣੀ ਦੇ ਨਾਲ ਆ। ਕਹਿੰਦੇ ਵੀ ਇਸ ਗੱਲ ਨੂੰ ਅਸੀਂ ਦੇਖ ਕੇ ਦੋਨੇ ਜਾਣੇ ਹੈਰਾਨ ਸੀਗੇ। ਬਾਹਰ ਕਹਿੰਦੇ ਅਸੀਂ ਥੋੜ੍ਹਾ ਘੁੰਮ ਕੇ ਦੇਖਿਆ ਕਿ ਕਿਤੇ ਕੋਈ ਸਲਾਬਾ ਤਾਂ ਨਹੀਂ ਕਮਰੇ ਨੂੰ ਆ ਗਿਆ। ਜਦ ਚੈੱਕ ਕੀਤਾ ਇਸ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਸੀ। ਪਰ ਕਹਿੰਦੇ ਅਗਲੇ ਦਿਨ ਜਦੋਂ ਅਸੀਂ ਫਿਰ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਭਜਨ ਸਿਮਰਨ ਦੇ ਵਿੱਚ ਬੈਠਦਿਆਂ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਆਨੰਦ ਅਨੁਭਵ ਹੋਇਆ, ਬਹੁਤ ਜ਼ਿਆਦਾ ਖੁਸ਼ੀ ਖੇੜਾ, ਅਤੇ ਇਉਂ ਕਹਿ ਲਓ ਕਿ ਬਹੁਤ ਸਾਰੀਆਂ ਜਿਹੜੀਆਂ ਖੁਸ਼ੀ ਦੀਆਂ ਤਰੰਗਾਂ ਸੀਗੀਆਂ ਬਿਜਲੀ ਦੀ ਤਰ੍ਹਾਂ ਕਹਿੰਦੇ ਸਾਡੇ ਅੰਦਰ ਜਿਹੜੀਆਂ ਸੀਗੀਆਂ ਉਹ ਘੁੰਮਣ ਲੱਗੀਆਂ, ਅਤੇ ਸਾਨੂੰ ਕਹਿੰਦੇ ਮਹਿਸੂਸ ਹੋਇਆ ਕਿ ਮੈਂ ਬਹੁਤ ਕਿਸੇ ਆਨੰਦ ਦੇ ਨਾਲ ਜੁੜ ਰਿਹਾ ਹੈਗਾ। ਇਸ ਤਰ੍ਹਾਂ ਕਹਿੰਦੇ ਕਰਦੇ ਅਸੀਂ ਕਹਿੰਦੇ ਜਦ ਇਹ ਖੇਡ ਮੇਰੇ ਸਰੀਰ ਦੇ ਵਿੱਚ ਮੈਂ ਅੰਤਰਮੁਖੀ ਕਾਫੀ ਅਨੁਭਵ ਕੀਤੀ ਤਾਂ ਮੇਰੇ ਨੇਤਰ ਖੁੱਲ੍ਹੇ। ਜਦ ਨੇਤਰ ਖੁੱਲ੍ਹੇ ਮੈਂ ਕੀ ਦੇਖਿਆ ਕਿ ਮੇਰੇ ਕਮਰੇ ਦੇ ਵਿੱਚ ਪੂਰੀ ਤਰ੍ਹਾਂ ਚਾਨਣ ਸੀਗਾ। ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਬਿਨਾਂ ਬੱਤੀ ਤੋਂ ਇਹ ਚਾਨਣ ਕਿੱਥੋਂ ਆ ਗਿਆ। ਉਸ ਤੋਂ ਬਾਅਦ ਫਿਰ ਮਹਾਤਮਾ ਕਹਿੰਦੇ ਮੈਂ ਉੱਠ ਕੇ ਆਪਣੀ ਖਿੜਕੀ ਖੋਲ੍ਹ ਕੇ ਬਾਹਰ ਦੇਖਿਆ ਕਿਤੇ ਚਾਨਣ ਬਾਹਰੋਂ ਤਾਂ ਨਹੀਂ ਆ ਰਿਹਾ। ਪਰ ਜਦ ਬਾਹਰੋਂ ਦੇਖਿਆ ਬਾਹਰ ਬਿਲਕੁਲ ਘੁੱਪ ਹਨੇਰਾ ਸੀਗਾ, ਅੰਦਰ ਪੂਰੀ ਤਰ੍ਹਾਂ ਚਾਨਣ ਸੀਗਾ, ਔਰ ਚਾਨਣ ਵੀ ਐਸਾ ਸੀਗਾ ਕਿ ਜਿਸ ਚਾਨਣ ਦੇ ਵਿੱਚ ਐਸੀਆਂ ਖੁਸ਼ੀਆਂ ਦੀਆਂ ਸੁਗੰਧੀਆਂ ਸੀਗੀਆਂ ਕਿ ਮਨ ਉਹਦੇ ਵਿੱਚ ਬਹੁਤ ਖੀਵਾ ਹੁੰਦਾ ਜਾਂਦਾ ਸੀ। ਇਸ ਚਾਨਣ ਦੇ ਵਿੱਚ ਬਹੁਤ ਜ਼ਿਆਦਾ ਰਸ ਸੀ, ਬਹੁਤ ਜ਼ਿਆਦਾ ਕਹਿੰਦੇ ਸ਼ਾਂਤੀ ਸੀ। ਇੱਕ ਅਲੱਗਾ ਹੀ ਕਹਿੰਦੇ ਇਹ ਵਾਤਾਵਰਨ ਕਮਰੇ ਦੇ ਵਿੱਚ ਮੈਂ ਮਹਿਸੂਸ ਕੀਤਾ ਉਸ ਟਾਈਮ। ਪਰ ਕਹਿੰਦੇ ਮੈਂ ਕਮਰੇ ਨੂੰ ਪੂਰੀ ਤਰ੍ਹਾਂ ਦੇਖਿਆ ਅਤੇ ਪਰ ਮੈਨੂੰ ਕਮਰੇ 'ਚ ਕੋਈ ਚੀਜ਼ ਦਿਖਾਈ ਨਹੀਂ ਦਿੱਤੀ। ਪਰ ਕਹਿੰਦੇ ਮੇਰੇ ਮਨ ਵਿੱਚ ਆਇਆ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈਗਾ। ਕੱਲ੍ਹ ਮੇਰੇ ਕਮਰੇ ਦੀ ਪੂਰੀ ਤਰ੍ਹਾਂ ਜਦ ਮੈਂ ਅੱਖ ਖੋਲ੍ਹੀ ਸੀ ਭਜਨ ਤੋਂ ਬਾਅਦ ਪੂਰੀ ਤਰ੍ਹਾਂ ਕਮਰੇ ਦੀ ਸਫਾਈ ਹੋਈ ਸੀ, ਪਾਣੀ ਦੇ ਨਾਲ ਪੋਚਾ ਲੱਗਾ ਸੀਗਾ। ਅੱਜ ਕਮਰਾ ਪੂਰੀ ਤਰ੍ਹਾਂ ਜਗਮਗ ਪ੍ਰਕਾਸ਼ਨਾ ਕਰ ਰਿਹਾ ਹੈ। ਇਸੇ ਕਹਿੰਦੇ ਸੋਚ ਦੇ ਵਿੱਚ ਮੈਂ ਦੁਬਾਰਾ ਫਿਰ ਅੱਖਾਂ ਬੰਦ ਕਰਕੇ ਸਿਮਰਨ ਸਾਧਨਾ ਕਰਨ ਲੱਗ ਪਿਆ। ਜਦ ਨਾਮ ਜਪਣ ਲੱਗਾ, ਨਾਮ ਜਪਦਿਆਂ ਕਹਿੰਦੇ ਮੈਂ ਕੀ ਦੇਖਿਆ, ਇੱਕ ਐਸੀ ਕਹਿੰਦੇ ਕਮਰੇ ਦੇ ਵਿੱਚ ਮੈਨੂੰ ਝਲਕ ਦਿਸੀ। ਉਹ ਝਲਕ ਜਿਹੜੀ ਸੀ ਕਿਸੇ ਬਹੁਤ ਦਿव्य ਮਹਾਤਮਾ ਦੀ ਸੀ। ਉਹ ਕਮਰੇ ਦੇ ਵਿੱਚ ਖੜ੍ਹੇ ਸੀਗੇ ਅਤੇ ਉਹਨਾਂ ਦਾ ਸਰੀਰ ਪ੍ਰਕਾਸ਼ ਦਾ ਬਣਿਆ ਸੀਗਾ, ਅਤੇ ਉਹਨਾਂ ਦੇ ਪ੍ਰਕਾਸ਼ ਰੂਪੀ ਸਰੀਰ ਦੇ ਵਿੱਚੋਂ ਹੀ ਇਹ ਪੂਰਾ ਕਮਰਾ ਜਿਹੜਾ ਸੀ ਕਹਿੰਦੇ ਉਹ ਚਮਕ ਰਿਹਾ ਸੀਗਾ। ਜਦੋਂ ਕਹਿੰਦੇ ਪੂਰਾ ਕਮਰਾ ਦੇ ਪ੍ਰਕਾਸ਼ 'ਚੋਂ ਚਮਕ ਰਿਹਾ ਸੀਗਾ ਅਤੇ ਮੈਂ ਪਰ ਕਹਿੰਦੇ ਉਸ ਦਿव्य ਆਤਮਾ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਪਛਾਣ ਵਿੱਚ ਨਹੀਂ ਆਈ। ਪਰ ਅਖੀਰ ਮੇਰੇ ਮਨ ਦੇ ਵਿੱਚੋਂ ਇਹ ਜਿਹੜੀ ਸੀ ਆਵਾਜ਼ ਆਈ ਕਿ ਭਾਈ ਇਹ ਉਹ ਮਹਾਤਮਾ ਹੈਗੇ ਜਿਨ੍ਹਾਂ ਨੂੰ ਤੁਸੀਂ ਇੱਕ ਰਾਤ ਪਹਿਲਾਂ ਯਾਦ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਮਹਾਤਮਾ ਕਹਿੰਦੇ ਜਦ ਮੈਂ ਇਹ ਅੱਖਾਂ ਜਿਹੜੀਆਂ ਸੀ ਦੁਬਾਰਾ ਖੋਲ੍ਹੀਆਂ, ਜਦ ਕੀ ਦੇਖਿਆ ਕਿ ਉਹ ਜਿਹੜਾ ਪ੍ਰਕਾਸ਼ ਨਜ਼ਾਰਾ ਸੀਗਾ ਸਾਰਾ ਗਾਇਬ ਸੀਗਾ, ਅਤੇ ਕਮਰੇ ਵਿੱਚ ਫਿਰ ਘੁੱਪ ਹਨੇਰਾ ਸੀ। ਪਰ ਕਮਰੇ ਦੇ ਵਿੱਚ ਮਹਿਕ ਅਤੇ ਖੁਸ਼ਬੂ ਜਿਉਂ ਦੀ ਤਿਉਂ ਹੀ ਆ ਰਹੀ ਸੀ, ਇੰਨਾ ਸੁਗੰਧੀ ਨਾਲ ਭਰਿਆ ਹੋਇਆ ਸੀਗਾ। ਫਿਰ ਮਹਾਂਪੁਰਖ ਕਹਿਣ ਲੱਗੇ ਫਿਰ ਮੈਨੂੰ ਪਤਾ ਲੱਗਾ ਕਿ ਅੰਮ੍ਰਿਤ ਵੇਲੇ ਜਿਸ ਵੀ ਆਤਮਾ ਨੂੰ ਅਸੀਂ ਯਾਦ ਕਰੀਏ, ਐਸੀਆਂ ਬਹੁਤ ਉੱਚ ਕੋਟੀ ਦੀ ਮਹਾਂਪੁਰਖ ਇਸ ਸ੍ਰਿਸ਼ਟੀ 'ਚ ਵਿਚਰਦੇ ਆ ਕਿ ਸਾਡਾ ਕਿਸੇ ਦੇ ਨਾਲ ਵੀ ਅਗਰ ਸਾਡੇ ਚੰਗੇ ਕਰਮ ਹੋਣ ਅਤੇ ਸਾਡਾ ਉਹਨਾਂ ਆਤਮਾ ਦੇ ਨਾਲ ਸੰਪਰਕ ਹੋ ਸਕਦਾ ਹੈਗਾ। ਅਤੇ ਕਹਿੰਦੇ ਇਹ ਸੰਪਰਕ ਜਿਹੜਾ ਸੀਗਾ ਇਸੇ ਕਰਕੇ ਹੋਇਆ ਸੀਗਾ ਕਿ ਉਹਨਾਂ ਮਹਾਤਮਾ ਦੇ ਕਾਰਨ ਪਹਿਲਾ ਕਮਰਾ ਜਿਹੜਾ ਸੀਗਾ ਉਹਨਾਂ ਦੇ ਜਿਹੜੀਆਂ ਦੇਵ ਆਤਮਾ ਸੀਗੀਆਂ ਉਹਨਾਂ ਨੇ ਪੂਰੀ ਤਰ੍ਹਾਂ ਸਾਫ਼ ਕੀਤਾ, ਪੋਚਾ ਲਾਇਆ। ਕਹਿੰਦੇ ਪਹਿਲੀ ਵਾਰ ਮੈਨੂੰ ਸਮਝ ਨਹੀਂ ਆਈ, ਪਰ ਜਦੋਂ ਮਹਾਤਮਾ ਦੂਸਰੇ ਦਿਨ ਉਸ ਪ੍ਰਤੱਖ ਆਪਣੇ ਪ੍ਰਕਾਸ਼ ਰੂਪ ਦੇ ਵਿੱਚ ਕਹਿੰਦੇ ਉਸ ਕਮਰੇ 'ਚ ਆਏ ਸੀਗੇ, ਇਹਦੀ ਬਾਅਦ ਸਮਝ ਮੈਨੂੰ ਬਾਅਦ ਦੇ ਵਿੱਚ ਆਈ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਅੰਮ੍ਰਿਤ ਵੇਲੇ ਐਸੀਆਂ ਘਟਨਾਵਾਂ ਵਾਪਰਦੀਆਂ ਕਿ ਆਦਮੀ ਚਕਿਤ ਰਹਿ ਜਾਂਦਾ। ਜਿਵੇਂ ਅਸੀਂ ਦੇਖਦੇ ਹਾਂ ਅਗਰ ਬਾਹਰਲੀ ਅੱਖ ਨਾਲ ਦੇਖੀਏ ਤਾਂ ਜਿੰਨੇ ਵੀ ਫਲ ਵਾ ਸਬਜ਼ੀਆਂ ਹੈਗੀਆਂ ਜਾਂ ਹੋਰ ਬਨਸਪਤੀ ਆ, ਇਹਦੇ ਵਿੱਚ ਜਿਹੜੀ ਕੁਦਰਤ ਦੀ ਗਤੀ ਆ ਬਹੁਤ ਤੇਜ਼ੀ ਦੇ ਨਾਲ ਚੱਲਦੀ ਆ। ਫਲਾਂ ਦੇ ਵਿੱਚ ਰਸ ਪੈਂਦਾ ਹੈ ਅੰਮ੍ਰਿਤ ਵੇਲੇ, ਹਰੇਕ ਚੀਜ਼ ਦੇ ਵਿੱਚ ਰਸ ਜਿਹੜਾ ਹੈ ਨਾ ਉਹ ਭਰਦਾ ਹੈ, ਅੰਮ੍ਰਿਤ ਵੇਲੇ ਭਰਦਾ, ਕਿਉਂਕਿ ਇਹ ਜਿਹੜੀ ਰਸ ਦੀ ਕਿਰਿਆ ਹੈਗੀ ਆ ਬਹੁਤ ਜਲਦੀ ਤੇਜ਼ੀ ਦੇ ਨਾਲ ਹੁੰਦੀ ਆ।
ਇਸੇ ਕਰਕੇ ਇਹ ਜਿਹੜਾ ਰਸ ਅੰਮ੍ਰਿਤ ਵੇਲੇ ਵਰਸਦਾ ਹੈ, ਇਸ ਨੂੰ ਅੰਮ੍ਰਿਤ ਧਾਰਾ ਵੀ ਕਹਿੰਦੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ। ਇਹ ਜਿਹੜੀ ਅੰਮ੍ਰਿਤ ਧਾਰਾ ਵਰਸਦੀ ਆ, ਇਹਦਾ ਜਿਹੜਾ ਅਸਰ ਆ ਉਹ ਬੰਦੇ ਦੀ ਨੀਂਦ 'ਤੇ ਪੈਂਦਾ। ਇਸ ਕਰਕੇ ਇਹ ਨੀਂਦ ਜਿਹੜੀ ਉਹਨੂੰ ਸੁਹਾਵਣੀ ਹੋ ਜਾਂਦੀ ਆ। ਜਿਵੇਂ ਅਸੀਂ ਦੁੱਧ ਪੀਂਦੇ ਹਾਂ, ਪਰ ਦੁੱਧ ਪੀਣ ਤੋਂ ਬਾਅਦ ਜੇ ਦੁੱਧ 'ਚ ਮਿੱਠਾ ਜਾਂ ਖੰਡ ਪਾ ਦਈਏ, ਉਹ ਦੁੱਧ ਜਿਹੜਾ ਮਿੱਠਾ ਖੰਡ ਦੇ ਨਾਲ ਹੋਰ ਵੀ ਸਵਾਦਿਸ਼ਟ ਹੋ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਅੰਮ੍ਰਿਤ ਵੇਲਾ ਹੈਗਾ, ਇਹਦੇ ਵਿੱਚ ਰਸ ਕਾਰਨ ਨੀਂਦ ਇੰਨੀ ਮਿੱਠੀ ਆਉਂਦੀ ਆ ਕਿ ਕੋਈ ਵੀ ਆਦਮੀ ਇਸ ਨੀਂਦ ਨੂੰ ਤਿਆਗਣਾ ਨਹੀਂ ਚਾਹੁੰਦਾ ਹੈ। ਇਸੇ ਕਰਕੇ ਹਰੇਕ ਆਦਮੀ ਇਸ ਨੀਂਦ ਨੂੰ ਮਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਜਿਹੜਾ ਸੁੱਖ ਦਾ ਸਮਾਂ ਹੈ, ਇਸ ਨੂੰ ਜਿੰਨਾ ਵੀ ਮੈਂ ਮਾਣ ਲਵਾਂ, ਇਹ ਮੇਰਾ ਲਾਹਾ ਹੈ। ਪਰ ਇਹਦੇ ਨਾਲ ਜਿਹੜੇ ਭਜਨੀਕ ਆਦਮੀ, ਉਹਨਾਂ ਨੂੰ ਪਤਾ ਹੈਗਾ ਕਿ ਇਹ ਨੀਂਦ ਤਿਆਗਣੀ, ਇਹ ਸੁੱਖ ਦਾ ਸਮਾਂ ਤਿਆਗਣਾ, ਅਤੇ ਇਹ ਸੁੱਖ ਦਾ ਸਮਾਂ ਤਿਆਗਣ ਦਾ ਭਾਵ ਹੈ ਕਿ ਇਹ ਨੀਂਦ ਸਤਿਗੁਰ ਦੇ ਚਰਨਾਂ 'ਚ ਭੇਟਾ ਕਰਨੀ ਹੈ। ਅਤੇ ਸਤਿਗੁਰ ਦੇ ਚਰਨਾਂ 'ਚ ਭੇਟਾ ਕਰਕੇ ਨੀਂਦ ਨੂੰ ਅਤੇ ਇਸ਼ਨਾਨ ਕਰਕੇ ਫਿਰ ਅਸੀਂ ਉਸ ਪਰਮੇਸ਼ਰ ਦੇ ਨਾਲ ਜੋੜਨਾ ਹੈ, ਆਪਣੀ ਸੁਰਤ ਨੂੰ ਜੋੜਨਾ ਹੈਗਾ। ਸੋ ਅੰਮ੍ਰਿਤ ਵੇਲੇ ਦੀ ਮਹਿਮਾ ਦਾ ਮਹਾਂਪੁਰਖਾਂ ਨੇ ਤਾਂ ਐਡਾ ਭਾਰੀ ਜ਼ਿਕਰ ਕੀਤਾ। ਇੱਥੋਂ ਤੱਕ ਮਹਾਂਪੁਰਖ ਦੱਸਦੇ ਆ ਕਿ ਅੰਮ੍ਰਿਤ ਵੇਲੇ ਜਿਹੜੇ ਬੈਕੁੰਠ ਦੇ ਦਰਵਾਜ਼ੇ ਆ ਨਾ, ਕਵਾੜ ਵਾ, ਉਹ ਖੁੱਲ੍ਹੇ ਹੁੰਦੇ ਆ। ਅਤੇ ਜਦੋਂ ਕਵਾੜ ਖੁੱਲ੍ਹੇ ਹੁੰਦੇ ਆ, ਅਤੇ ਖਾਸ ਕਰਕੇ ਦੇਵ ਲੋਕਾਂ ਦੇ ਬੈਕੁੰਠਾਂ ਦੇ ਅੰਦਰ ਜਿਹੜੇ ਦਰਗਾਹੀ ਟੱਲ ਵੱਜਦੇ ਆ, ਉਹਨਾਂ ਦੀਆਂ ਆਵਾਜ਼ਾਂ ਗੁਰਮੁਖ ਅਭਿਆਸੀਆਂ ਨੂੰ ਅੰਮ੍ਰਿਤ ਦੇ ਵੇਲੇ ਸਪਸ਼ਟ ਸੁਣਾਈ ਦਿੰਦੀਆਂ ਹੈ। ਸੋ ਅੱਗੇ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਿਹੜੇ ਗੁਰਮੁਖ ਅੰਮ੍ਰਿਤ ਵੇਲੇ ਉੱਠਦੇ ਆ, ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ ਦਾ ਅਸਰ ਉਸ ਅਭਿਆਸੀ ਦੇ ਉੱਤੇ ਪੂਰਾ ਦਿਨ ਰਹਿੰਦਾ ਹੈਗਾ। ਇਸ ਕਰਕੇ ਉਸ ਅਭਿਆਸੀ ਦਾ ਮਨ, ਖਾਸ ਕਰਕੇ ਦੁਨਿਆਵੀ ਜਿਹੜੇ ਧੰਦੇ ਆ, ਧੰਦ ਧਾਰ ਆ, ਉਹਨਾਂ ਨੂੰ ਕਰਦਾ ਹੋਇਆ ਵੀ ਮਾਇਆ ਦੇ ਵਿੱਚ ਖਚਿਤ ਨਹੀਂ ਹੁੰਦਾ। ਕਿਉਂਕਿ ਉਹਦੇ ਉੱਤੇ ਅੰਮ੍ਰਿਤ ਵੇਲੇ ਦੇ ਜਪੇ ਨਾਮ ਦਾ ਕਬਜ਼ ਹੋ ਜਾਂਦਾ ਹੈ। ਇਹ ਜਿਹੜਾ ਕਬਜ਼ ਵਾ, ਇਹ ਦੂਸਰੀਆਂ ਤਰੰਗਾਂ ਨੂੰ ਰੋਕ ਕੇ ਉਹਦੇ ਮਨ ਨੂੰ ਨਿਰਮਲ ਬਣਾ ਰੱਖਦਾ ਹੈਗਾ, ਸ਼ਾਂਤ ਬਣਾ ਰੱਖਦਾ ਹੈਗਾ, ਅਤੇ ਇੱਕ ਮਿੱਠੇ ਰਸ ਦੇ ਨਾਲ ਉਸ ਪਰਮੇਸ਼ਰ ਦੀ ਮਿੱਠੀ ਯਾਦ ਨੂੰ ਜੋੜੀ ਰੱਖਦਾ। ਸੋ ਇਹੋ ਜਿਹੇ ਅਭਿਆਸੀਆਂ ਦੇ ਅੰਦਰ ਇਹ ਖਿੱਚ ਬਣ ਜਾਂਦੀ ਆ ਕਿ ਕਿਹੜੀ ਘੜੀ ਰਾਤ ਆਵੇ ਅਤੇ ਉਸ ਰਾਤ ਨੂੰ ਉਹ ਉੱਠ ਕੇ ਇਸ਼ਨਾਨ ਕਰਕੇ ਪਰਮੇਸ਼ਰ ਦੇ ਨਾਲ ਜੋੜ ਸਕਣ। ਇਸ ਕਰਕੇ ਉਹਨਾਂ ਦੀ ਜਿਹੜੀ ਤੀਬਰ ਇੱਛਾ ਹੁੰਦੀ ਆ, ਉਹ ਅੰਮ੍ਰਿਤ ਵੇਲੇ ਨਾਮ ਭਜਨ ਸਿਮਰਨ ਵਾਲੀ ਹੁੰਦੀ ਆ। ਅਤੇ ਇਸ ਕਰਕੇ ਇਹੋ ਜਿਹੜੇ ਗੁਰਮੁਖ ਪਿਆਰੇ ਆ, ਉਹ ਸਮਾਂ ਪਾ ਕੇ ਬਹੁਤ ਉੱਚੀਆਂ ਅਡਾਰੀਆਂ ਦੇ ਵਿੱਚ ਖੇਡਣ ਲੱਗ ਪੈਂਦੇ ਆ। ਉਹਨਾਂ ਦੀਆਂ ਅਡਾਰੀਆਂ ਇੰਨੀਆਂ ਉੱਚੀਆਂ ਹੋ ਜਾਂਦੀਆਂ ਹੈ ਕਿ ਫਿਰ ਸਮਾਂ ਪਾ ਕੇ ਉਹਨਾਂ ਦਾ ਹਰੇਕ ਹੀ ਜਿਹੜਾ ਵੇਲਾ ਹੈ, ਉਹ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਉਹ ਕਿਸੇ ਵੀ ਸਮੇਂ ਦੇ ਵਿੱਚ ਇਹ ਨਾਮ ਰਸ ਦੀਆਂ ਤਰੰਗਾਂ ਨੂੰ ਮਾਣ ਸਕਦੇ ਆ, ਅਤੇ ਇਹਨਾਂ ਤਰੰਗਾਂ ਦਾ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਆਨੰਦ ਲੈ ਸਕਦੇ ਆ। ਕਿਉਂਕਿ ਉਹਨਾਂ ਦਾ ਜਿਹੜਾ ਮਨ ਵਾ ਸਦਾ ਵਿਕਾਸ ਅਤੇ ਖੇੜੇ ਦੇ ਨਾਲ ਭਰਿਆ ਰਹਿੰਦਾ ਹੈ। ਇਸੇ ਕਰਕੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੋ ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ, ਉਹਨਾਂ ਗੁਰਮੁਖ ਪਿਆਰਿਆਂ ਦੇ ਜੀਵਨ ਦਾ ਪੁੰਨ ਬਹੁਤ ਛੇਤੀ ਵੱਧ ਜਾਂਦਾ ਹੈ। ਅਤੇ ਉਹਨਾਂ ਦਾ ਪੁੰਨ ਵਧਣ ਕਰਕੇ ਉਹਨਾਂ ਦਾ ਤਪ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ, ਅਤੇ ਉਹਨਾਂ ਦਾ ਤਪ ਤੇਜ਼ ਹੋਣ ਕਰਕੇ ਜਿਹੜੇ ਵੱਡੇ ਵੱਡੇ ਜਮਦੂਤ ਵਾ, ਉਹਨਾਂ ਦੇ ਪਰਛਾਵੇਂ ਤੋਂ ਵੀ ਘਬਰਾਉਂਦੇ ਆ, ਅਤੇ ਜਮਦੂਤ ਦੂਰੋਂ ਹੀ ਦੇਖ ਕੇ ਇਹੋ ਜਿਹੇ ਗੁਰਮੁਖ ਅਭਿਆਸੀ ਨੂੰ ਦੂਰੋਂ ਡੰਡੌਤ ਬੰਦਨਾ ਕਰਕੇ ਚਲੇ ਜਾਂਦੇ ਆ। ਕਿਉਂਕਿ ਇਹੋ ਜਿਹੜੇ ਮਹਾਂਪੁਰਖ ਹੈ, ਉਹ ਅੰਮ੍ਰਿਤ ਵੇਲੇ ਦੀ ਮਹਿਮਾ ਦੇ ਨਾਲ ਇੰਨੇ ਉੱਚੇ ਉੱਠ ਜਾਂਦੇ ਆ ਕਿ ਉਹ ਸਮਾਂ ਪਾ ਕੇ ਫਿਰ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ, ਆਪਣੇ ਗੁਰੂ ਦਾ ਹੀ ਰੂਪ ਹੋ ਜਾਂਦੇ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।